political class needs to wake the hell up and stop treating India with kid gloves, say Sikh advocates seeking answers on foreign interference. National Security and Intelligence Committee of Parliamentarians' latest report found the government of India, not Russia, to be the second most significant foreign interference threat after China. ਖਾਲਿਸਤਾਨੀਆਂ ਤੋਂ ਇਲਾਵਾ ਜਿਸ ਲੈਵਲ ਦੀ ਉਹਨਾਂ ਨੇ ਕੈਨੇਡੀਅਨ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇੰਟਰਫੀਅਰੈਂਸ, ਕਿਵੇਂ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਜਿਹੜੇ ਪ੍ਰੋ ਇੰਡੀਆ ਨਹੀਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਤੇ ਆਮ ਨੂੰ ਜਿਹੜਾ ਉਹ ਤਿਆਰ ਕੀਤਾ ਜਾਂ ਗਰੂਮਿੰਗ ਕੀਤੀ ਕਿ ਤੁਸੀਂ ਇੰਡੀਆ ਪੱਖੀ ਸਟੈਂਡ ਪਾਰਲੀਮੈਂਟ 'ਚ ਲਓ, ਐਥਨਿਕ ਮੀਡੀਆ ਖੜਾ ਕੀਤਾ। ਦਹਾਕਿਆਂ ਤੋਂ ਇੰਟਰਫੀਅਰੈਂਸ ਚੱਲ ਰਹੀ ਸੀ, ਇਹਨਾਂ ਨੂੰ ਰੋਕਿਆ ਨਹੀਂ ਗਿਆ। ਨਤੀਜਾ ਇੰਨੇ ਕੁ ਉਹਨਾਂ ਦੇ ਹੌਸਲੇ ਵੱਧ ਗਏ ਇੰਡੀਅਨ ਸਿਸਟਮ ਦੇ ਕਿ ਉਹਨਾਂ ਨੇ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ। ਕੈਨੇਡਾਜ਼ willful ignorance towards India's interference to protect trade relations is an immoral to protect trade relations is an immoral and unprincipled trade-off that is no longer tenable. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿਲ ਟਾਈਮਜ਼ ਪਬਲੀਕੇਸ਼ਨ ਨੇ ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਨੂੰ ਲੈ ਕੇ ਇੱਕ ਡੀਟੇਲਡ ਸਟੋਰੀ ਜਿਹੜੀ ਹੈ ਉਹ ਛਾਪੀ ਹੈ, ਜਿਸ ਦਾ ਆਧਾਰ ਕੈਨੇਡੀਅਨ ਇੰਟੈਲੀਜੈਂਸ ਕਮੇਟੀ ਦੀ ਉਹ ਤਾਜ਼ਾ ਰਿਪੋਰਟ ਹੈ, ਜਿਸ ਵਿੱਚ ਬਾਹਰਲੇ ਮੁਲਕਾਂ ਦੇ ਕੈਨੇਡੀਅਨ ਪੋਲੀਟੀਕਲ ਸਿਸਟਮ ਵਿੱਚ ਦਖਲਅੰਦਾਜ਼ੀ ਦੇ ਵੇਰਵੇ ਦਿੱਤੇ ਗਏ ਹਨ। ਸੋ ਇਸ ਸਟੋਰੀ ਅਨੁਸਾਰ ਕੈਨੇਡੀਅਨ ਸਿੱਖ ਲੀਡਰਾਂ ਨੇ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ ਨੂੰ ਉਸ ਦੀਆਂ ਕਰਤੂਤਾਂ ਲਈ ਜਵਾਬਦੇਹ ਬਣਾਉਣ, ਨਾ ਕਿ ਭਾਰਤ ਪ੍ਰਤੀ ਨਰਮ ਗੋਸ਼ਾ ਨੀਤੀ ਰੱਖਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਕੱਲ੍ਹ ਜਿਹੜੀ ਇਹ ਸਾਡੀ ਇੱਕ ਸਟੋਰੀ ਇੱਕ ਸੈਗਮੈਂਟ ਦਾ ਹਿੱਸਾ ਸੀ ਕਿ ਕਿਵੇਂ ਕੈਲਗਰੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਨੇ ਸੇਫਟੀ ਮਿਨਿਸਟਰ ਨੂੰ ਜਾਂ ਹਾਊਸ ਦੇ ਵਿੱਚ ਖਲੋ ਕੇ ਪਾਰਲੀਮੈਂਟ 'ਚ ਮੰਗ ਕੀਤੀ ਕਿ ਜਿਹੜੀ ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਉਹਦੀ ਰਿਪੋਰਟ ਦੇ ਵਿੱਚ ਜੋ ਮੈਂਸ਼ਨ ਕੀਤੇ ਗਏ ਨੇ ਪੋਲੀਟੀਸ਼ੀਅਨਸ ਕਿ ਜਿਨ੍ਹਾਂ ਨੇ ਕਿਉਂਕਿ ਇਨੀਸ਼ੀਅਲ ਸਟੇਜ ਦੇ ਉੱਤੇ ਤਾਂ ਇਹੀ ਸੀ ਕਿ ਰਸ਼ੀਆ, ਚਾਈਨਾ, ਈਰਾਨ ਦੇ ਇੰਟਰਫੀਅਰੈਂਸ ਹੈ, ਪਰ ਇਹ ਫਾਈਂਡ ਆਊਟ ਹੋਇਆ ਕਿ ਭਾਈ ਰਸ਼ੀਆ ਤਾਂ ਐਵੇਂ ਬਦਨਾਮ ਕੀਤਾ ਹੋਇਆ ਹੈ, ਚਾਈਨਾ ਤੋਂ ਬਾਅਦ ਨੰਬਰ 2 ਤੇ ਸਭ ਤੋਂ ਜ਼ਿਆਦਾ ਇੰਡੀਆ ਦੀ ਇੰਟਰਫੀਅਰੈਂਸ ਹੈ। ਔਰ ਈਵਨ ਕਿਵੇਂ ਵਿਦਨ ਸਿਸਟਮ ਜਿਹੜੇ ਉਹਨਾਂ ਦੇ ਪਾਰਲੀਮੈਂਟੇਰੀਅਨਸ, MP ਐਂਡ ਸੈਨੇਟਰਸ ਨੇ ਉਹ ਕਿਵੇਂ ਮੁਫਾਦ ਲੈਂਦੇ ਰਹੇ ਨੇ ਫੋਰਨ ਗਵਰਨਮੈਂਟਸ ਤੋਂ, ਔਰ ਈਵਨ ਜਿਹੜੀਆਂ ਸੀਕਰੇਟਸ ਆ ਉਹ ਪਾਸ ਔਨ ਕਰਦੇ ਰਹੇ। ਲੇਕਿਨ ਇੱਥੇ ਆ ਕੇ ਕਮੇਟੀ ਦੀ ਰਿਪੋਰਟ ਰੁਕ ਗਈ ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਉਹਨਾਂ ਦੇ ਨਾਂ ਅਸੀਂ ਜ਼ਾਹਰ ਨਹੀਂ ਕਰ ਸਕਦੇ, ਉਹ ਸੀਸਸ ਹੀ ਨਾ RCMP ਹੀ ਕਰ ਸਕਦੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ। ਔਰ ਜਦੋਂ ਜਸਰਾਜ ਸਿੰਘ ਨੇ ਕਨਫਰੰਟ ਕੀਤਾ ਔਰ ਜਿਵੇਂ ਉਸ ਸੇਫਟੀ ਮਿਨਿਸਟਰ ਨੇ ਪਹਿਲਾਂ ਤਾਂ ਜਿਵੇਂ ਤੁਸੀਂ ਕਿਸੇ ਨੂੰ ਜਿਲਚ ਕਰਨਾ ਚਾਹੁੰਦੇ ਹੋ ਇਹ ਕਹਿ ਕੇ ਜੀ ਆਈ ਹੈਵ ਆਲਰੇਡੀ ਸਪੋਕਨ ਇਨ ਫ੍ਰੈਂਚ, ਕਿ ਜੀ ਮੈਂ ਫਰਾਂਸੀਸੀ 'ਚ ਪਹਿਲਾਂ ਹੀ ਕਿਹਾ, ਜਿਹਦਾ ਮਤਲਬ ਇਹ ਹੈ ਵੀ ਜੇ ਤੈਨੂੰ ਫਰਾਂਸੀਸੀ ਨਹੀਂ ਆਉਂਦੀ ਤੇ ਮੇਰਾ ਕੀ ਕਸੂਰ। ਲੇਕਿਨ ਅਲਟੀਮੇਟਲੀ ਉਹ ਆਪਣੇ ਹੀ ਉਸ ਦਾਇਰੇ 'ਚ ਫਸ ਗਿਆ। ਉਹਨੇ ਕਿਹਾ ਜੀ ਮੈਂ ਜਿਹੜਾ ਜੇਲ੍ਹ ਨਹੀਂ ਜਾਣਾ ਹੈ ਇਹ ਕਰਕੇ, ਕਿਉਂਕਿ ਮੈਂ ਨਾਂ ਨਹੀਂ ਡਿਸਕਲੋਜ਼ ਕਰ ਸਕਦਾ। ਸੋ ਉਸ ਤੋਂ ਹੀ ਇਹ ਸਾਬਤ ਹੋ ਗਿਆ ਕਿ ਭਾਈ ਇਹ ਵੱਡਾ ਕਵਰ ਅਪ ਆਪਰੇਸ਼ਨ ਹੈ। ਔਰ ਅਸੀਂ ਸਮਝਦੇ ਹਾਂ ਵੀ ਸਾਰੇ ਪੀਰੀਅਡ 'ਚ ਜਿੱਥੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਔਰ NDP ਨੇ ਸਿੱਖਾਂ ਦੀ ਹਮਦਰਦੀ, ਸਤਿਕਾਰ ਔਰ ਈਵਨ ਸਪੋਰਟ ਲਈ, ਕਿਉਂਕਿ ਜਿਸ ਬੋਲਡਨੈਸ ਨਾਲ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇੰਕਸ਼ਾਫ ਕੀਤਾ, ਫਿਰ 4 ਫੜੇ ਵੀ ਜਿਹੜੇ ਹਿਟਮੈਨ ਸੀ। ਹਾਲਾਂ ਅਸੀਂ ਵੇਟ ਕਰ ਰਹੇ ਹਾਂ ਕਿ ਜਿਹੜਾ ਰੋਗ ਇੰਡੀਅਨ ਆਫੀਸ਼ੀਅਲਸ ਨੇ ਉਹਨਾਂ ਨੂੰ ਵੀ ਹੱਥ ਪਾਇਆ ਜਾਏ। ਪਰ ਇਹ ਜਿਹੜੀ ਰਿਪੋਰਟ ਆਈ ਔਰ ਉਸ ਤੋਂ ਬਾਅਦ ਜਿਹੜਾ ਇਹ ਕਵਰ ਅਪ ਆਪਰੇਸ਼ਨ ਹੈ, ਹਾਲਾਂ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਪੋਲੀਟੀਸ਼ੀਅਨਸ ਹੋਣਗੇ ਕੋਈ ਇੱਕ ਸ਼ੇਡ ਦੇ ਨਹੀਂ ਹੋਣਗੇ, ਉਹਨਾਂ 'ਚ ਲਿਬਰਲ ਦੇ ਵੀ ਹੋਣਗੇ, ਕੰਜ਼ਰਵੇਟਿਵ ਦੇ ਵੀ ਹੋਣਗੇ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਵੀ 2019 ਔਰ 2021 'ਚ ਕੈਨੇਡਾ 'ਚ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੀਅਰੈਂਸ ਦੀ ਆਈ, ਉਸ ਨਾਲ ਵੀ ਜੁੜਿਆ ਹੋਇਆ ਕਈ ਕੁਛ ਹੈ। ਪਰ ਇਹ ਜਿਹੜੀ ਇਕੱਲੀ ਗੱਲ ਜਸਰਾਜ ਸਿੰਘ ਦੇ ਪੁੱਛਣ ਜਾਂ
ਸੇਫਟੀ ਮਿਨਿਸਟਰ ਵੱਲੋਂ ਗੋਲ-ਮੋਲ ਕਰਨ ਤੱਕ ਨਹੀਂ। ਅੱਜ ਬੜੀ ਲੰਬੀ ਚੌੜੀ 7-8 ਪੇजेस ਦੀ ਸਟੋਰੀ ਹਿਲ ਟਾਈਮਜ਼ ਨੇ ਕੀਤੀ ਔਰ ਉਸ ਦੀ ਹੈਡਲਾਈਨ ਉਹਨੇ ਉਸ ਨੂੰ ਬਣਾਇਆ ਜਿਹੜਾ ਇਸ ਸਵਾਲ ਜਵਾਬ ਜਾਂ ਇਸ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਦੀ ਰਿਪੋਰਟ ਤੋਂ ਬਾਅਦ ਜਿਹੜਾ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੋ ਬਿਆਨ ਦਿੱਤਾ ਔਰ ਇਹਨੇ ਹੈਡਲਾਈਨ ਲਾਈ ਹੈ ਹਿਲ ਟਾਈਮਜ਼ ਨੇ, ਪੋਲੀਟੀਕਲ ਕਲਾਸ ਨੀਡਸ ਟੂ wake the hell up and stop treating India with kid gloves, say Sikh advocates seeking answers on foreign interference. ਉਹਨਾਂ ਨੇ ਕਿਹਾ ਜੀ ਸਿੱਖ ਜਿਹੜੇ ਨੇਤਾ ਨੇ ਉਹ ਮੰਗ ਰਹੇ ਨੇ ਕਿ ਜਵਾਬ ਦਿਓ ਇਹ ਜਿਹੜੀ ਫੋਰਨ ਇੰਟਰਫੇਰੈਂਸ ਹੈ। ਉਹਨਾਂ ਨੇ ਕਿਹਾ ਉਹ ਕੈਨੇਡਾ ਦੇ ਪੋਲੀਟੀਸ਼ੀਅਨਸ ਵੇਕ ਅਪ, ਇਹਨੂੰ ਇੰਡੀਆ ਨੂੰ ਤੁਸੀਂ ਕਿਡ ਗਲਵਜ਼ ਨਾਲ ਨਾ ਡੀਲ ਕਰੋ। ਔਰ ਜਿਹਨੂੰ ਕਹਿੰਦੇ ਨੇ ਰਿਸਟ ਔਨ ਦਾ ਟੈਪ ਔਨ ਦਾ ਰਿਸਟ ਦੇ ਨਾਲ ਉਹਨਾਂ ਨੂੰ ਤੁਸੀਂ ਲੈਟ ਗੋ ਨਾ ਕਰੋ। ਇਸ ਦੀ ਗਹਿਰਾਈ ਤੱਕ ਜਾ ਕੇ ਇਹਨਾਂ ਨੂੰ ਆਨਸਰੇਬਲ ਬਣਾਓ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ latest report found the government of India, not Russia, to be the second most significant foreign interference threat after China. ਕਿ ਚੀਨ ਤੋਂ ਬਾਅਦ ਜੇ ਕੈਨੇਡਾ ਦੇ ਵਿੱਚ ਕੋਈ ਇੰਟਰਫੀਅਰ ਕਰ ਰਿਹਾ ਔਰ ਡੇਂਜਰਸ ਲੈਵਲ ਤੱਕ ਤੇ ਉਹ ਇੰਡੀਆ। ਔਰ ਇਹ ਲੰਬੀ ਚੌੜੀ ਰਿਪੋਰਟ ਹੈ, ਇਸ ਨੂੰ ਜਿਹੜੇ ਓਰੀਜਨਲ ਚ ਪੜ੍ਹਨਾ ਚਾਹੁੰਦੇ ਨੇ ਉਹ ਦੇਖ ਸਕਦੇ ਨੇ। ਲੇਕਿਨ ਔਰ ਇਸ ਨੂੰ ਮਿਸਟਰ ਸਟੂਅਰਟ ਬੈਂਸਨ ਨੇ ਜਿਹੜਾ ਉਹ ਲਿਖਿਆ, Sikh community advocates say they feel validated and vindicated by a recent national security and intelligence report looking into foreign interference activities since 2018, which found that second only to China, India, not Russia, is one of the most significant foreign interference threats facing not only the Sikh community but also the halls of parliament. So ਇਹ ਸਟੋਰੀ ਜਿਹੜੀ ਹੈ ਸਿੱਖ ਵਰਜ਼ਨ ਨੂੰ ਬਹੁਤ ਹਾਈਲਾਈਟ ਕਰਦੀ ਹੈ, ਰਾਈਟਲੀ ਸੋ, ਕਿਉਂਕਿ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈ ਉਹ ਕਵਰ ਅਪ ਤੇ ਲੱਗੀ ਹੋਈ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜੀ ਰੀਸੈਂਟ ਰਿਪੋਰਟ ਆਈ ਹੈ ਰਿਲੀਜ਼ 3 ਜੂਨ ਨੂੰ ਜਿਹੜੀ ਰਿਲੀਜ਼ ਹੋਈ, ਉਹਨੇ ਐਗਜ਼ਾਮਿਨ ਕੀਤਾ ਕਿ ਇੰਟੈਲੀਜੈਂਸ ਫੋਰਨ ਸਟੇਟ ਕੈਨੇਡਾ 'ਚ ਕਿੱਥੇ ਕਿੱਥੇ ਕਰ ਰਹੀ ਹੈ ਔਰ ਪਿਛਲੇ 6 ਸਾਲਾਂ ਤੋਂ ਇਸ ਨੂੰ ਜਿਹੜੀ ਇਸ ਰਿਪੋਰਟ ਦਾ ਆਧਾਰ ਸਪਟੈਂਬਰ 1 2018 ਤੋਂ ਨਵੰਬਰ 7 2023 ਤੱਕ। ਸੋ ਇਹ ਕੋਈ ਇਹ ਨਹੀਂ ਹੈ ਵੀ ਇੱਕ ਦਿਨ 'ਚ ਜਾਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਹੀ ਇਹ ਇੰਟਰਫੇਰੈਂਸ ਸ਼ੁਰੂ ਹੋਈ। ਪਿਛਲੇ 6 ਸਾਲਾਂ ਤੋਂ ਕਿਸ ਲੈਵਲ ਤੇ ਇਹਨਾਂ ਦੀ ਇੰਟਰਫੇਰੈਂਸ ਸੀ ਇਹ ਉਸ ਦਾ ਬੇਸ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਇਹਨਾਂ ਨੇ 2019 ਰਿਵਿਊ ਫੈਡਰਲ ਗਵਰਨਮੈਂਟ ਰਿਸਪੌਂਸ ਤੋਂ ਸ਼ੁਰੂ ਕਰਕੇ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਮੋਸਟ ਰੀਸੈਂਟ ਹੈ, ਉਹਨਾਂ ਨੇ ਕਿਹਾ ਕਿ ਇਹ ਬ੍ਰੌਡਰ ਟ੍ਰੈਂਡਸ ਨੇ ਫੋਰਨ ਇੰਟਰਫੇਰੈਂਸ ਦੇ ਜਿਹੜੇ ਕੰਸਿਸਟੈਂਟ ਨੇ ਜਿਹੜਾ ਕਿ ਰਿਪੋਰਟ ਦੇ ਵਿੱਚ ਹੈ। ਔਰ ਇੰਡੀਆ ਦੇ ਰੋਲ ਬਾਰੇ ਕਾਫੀ ਡੀਟੇਲ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਇਹ ਜਿਹੜੀ ਇਸ ਕਮੇਟੀ ਨੇ ਫਾਈਂਡ ਆਊਟ ਕੀਤਾ ਕਿ ਇੰਡੀਆ ਹੈਜ਼ ਐਮਰਜਡ ਐਜ਼ ਦਾ ਸੈਕੰਡ ਮੋਸਟ ਸਿਗਨੀਫਿਕੈਂਟ ਫੋਰਨ ਇੰਟਰਫੇਰੈਂਸ ਥ੍ਰੈਟ ਐਂਡ ਡਿਊਰਿੰਗ ਇਟਸ ਪੀਰੀਅਡ ਆਫ ਰਿਵਿਊ India's activities had extended beyond countering what it perceives as pro-Khalistan efforts in Canada to include interfering in Canadian democratic processes and institutions, including through the targeting of Canadian politicians, ethnic media and Indo-Canadian ethno-cultural communities। ਕਿ ਵੀ ਸਿਰਫ ਉਹਨਾਂ ਦੀ ਜਿਹੜੀ ਇੰਡੀਅਨ ਇੰਟਰਫੇਰੈਂਸ ਹੈ ਉਹ ਖਾਲਿਸਤਾਨੀ ਸਫਾ ਜਿਹਦੇ 'ਚ ਇਸੇ ਰਿਪੋਰਟ 'ਚ ਹੈ ਕਿ ਉਹਨਾਂ ਨੇ ਪੋਲੀਟੀਕਲ ਔਰ ਵਾਇਲੈਂਟ ਦੋਨਾਂ ਨੂੰ ਹੀ ਜਿਹੜਾ ਗੁੜ ਗੋਬਰ ਇਕੱਠਾ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਹੈ। ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਵੀ ਖਾਲਿਸਤਾਨੀਆਂ ਤੋਂ ਇਲਾਵਾ ਜਿਸ ਲੈਵਲ ਦੀ ਉਹਨਾਂ ਨੇ ਕੈਨੇਡੀਅਨ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇੰਟਰਫੀਅਰੈਂਸ, ਕਿਵੇਂ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਜਿਹੜੇ ਪ੍ਰੋ ਇੰਡੀਆ ਨਹੀਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਤੇ ਆਮ ਨੂੰ ਜਿਹੜਾ ਉਹ ਤਿਆਰ ਕੀਤਾ ਜਾਂ ਗਰੂਮਿੰਗ ਕੀਤੀ ਕਿ ਤੁਸੀਂ ਇੰਡੀਆ ਪੱਖੀ ਸਟੈਂਡ ਪਾਰਲੀਮੈਂਟ 'ਚ ਲਓ। ਐਥਨਿਕ ਮੀਡੀਆ ਖੜਾ ਕੀਤਾ। ਹੁਣ ਅਸੀਂ ਤਾਂ ਕਹਿੰਦੇ ਹਾਂ ਇੰਡੋ ਕੈਨੇਡੀਅਨ ਤੋਂ ਲੈ ਕੇ ਆ ਜਿਹੜੇ 300 ਚੈਨਲ ਖੜੇ ਕੀਤੇ ਹੋਏ ਨੇ, ਤੁਸੀਂ ਇਹਨਾਂ ਦੀ ਫੰਡਿੰਗ ਦੇਖ ਲਓ, ਬਹੁਤ ਸਾਰੀ ਇੰਡੀਅਨ ਸਿਸਟਮ 'ਚ ਹੋਏਗੀ ਕਿਉਂਕਿ ਇਹਨਾਂ ਨੇ ਇੰਡੀਅਨ ਵਰਜ਼ਨ ਨੂੰ ਪ੍ਰਮੋਟ ਕਰਨਾ ਔਰ ਜਿਹੜੀ ਐਥਨੋ ਕਲਚਰਲ ਕਮਿਊਨਿਟੀਜ਼ ਵੀ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਹੈ ਇੰਟਰਫੀਅਰੈਂਸ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਕਾਫੀ ਉਸ ਰਿਪੋਰਟ ਦੀਆਂ ਫਾਈਂਡਿੰਗਸ ਉਹ ਅਜੇ ਲੁਕੋ ਕੇ ਰੱਖੀਆਂ ਗਈਆਂ ਨੇ
ਵੇਗ ਡਿਸਕ੍ਰਿਪਸ਼ਨ ਦਿੱਤੀ ਗਈ ਹੈ ਉਹਨਾਂ ਦੀ ਕਲੀਅਰ ਕਰਨ ਦੀ ਥਾਂ, ਔਰ ਮੀਡੀਆ ਮੈਨੀਪੂਲੇਸ਼ਨ ਜਿਹੜੀ ਹੈ ਉਹ ਵੀ ਇਸ ਦੇ ਨਾਲ ਜੋੜੀ ਗਈ ਹੈ। ਪਰ ਇਸ ਸਾਰੇ ਚੋਂ ਉਹਨਾਂ ਨੇ ਇਹ ਅਸਰਟ ਕੀਤਾ ਹੈ ਕਿ ਵੀ ਕਿਵੇਂ ਇੰਡੀਆ ਦੀ ਇੰਟਰਫੀਅਰੈਂਸ ਹਰ ਲੈਵਲ ਦੇ ਉੱਤੇ ਰਹੀ ਹੈ। The report also describes how India uses its network of influence, which includes not only some parliamentarians but also journalists, members of ethno-cultural committee, and an active proxy who attempts to further India's interest by monitoring and attempting to influence politicians. ਇਹਦੇ 'ਚ ਬਹੁਤ ਕੁਛ ਹੈ ਇਸ ਰਿਪੋਰਟ ਜਿਹੜਾ ਇਹਨਾਂ ਨੇ ਕਵਰ ਅਪ ਕੀਤਾ ਹੈ। One redacted section of the report describes CSIS information regarding an Indian proxy repeatedly claiming to have transfer funds from India to politicians at all levels of government in return for political favors। ਕਿ ਕਿਵੇਂ ਇੰਡੀਆ ਤੋਂ ਫੰਡ ਜਿਹੜੇ ਨੇ ਉਹ ਟ੍ਰਾਂਸਫਰ ਹੋਏ, ਕਿਵੇਂ ਪੋਲੀਟੀਕਲ ਫੇਵਰ ਉਹਦੇ ਲਈ, ਇਨਕਲੂਡਿੰਗ ਰੇਜ਼ਿੰਗ ਇਸ਼ੂ ਇਨ ਪਾਰਲੀਮੈਂਟ, ਕਿ ਭਾਈ ਉਹਨਾਂ ਨੂੰ ਗਰੂਮ ਕੀਤਾ ਗਿਆ ਸੀ ਵੀ ਆਹ ਇਸ਼ੂ ਤੁਸੀਂ ਪਾਰਲੀਮੈਂਟ 'ਚ ਰੇਜ਼ ਕਰਨੇ ਨੇ। ਔਰ ਉਹਨਾਂ ਨੇ ਕਿਹਾ ਕਿ ਈਵਨ ਇਹ ਜਿਹੜੀ ਸੀਸਸ ਨੇ ਇਹ ਇਨਫੋਰਮੇਸ਼ਨ ਈਵਨ RCMP ਨਾਲ ਵੀ ਸ਼ੇਅਰ ਨਹੀਂ ਕੀਤੀ, ਨਾ ਹੀ ਉਹਨਾਂ ਨੇ ਜਿਹੜਾ ਕਮਿਸ਼ਨਰ ਆਫ ਇਲੈਕਸ਼ਨਸ ਕੈਨੇਡਾ ਹੈ ਉਹ, ਕਿਉਂਕਿ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਦੌਰਾਨ ਦੀ ਇੰਟਰਫੀਅਰੈਂਸ ਹੈ। ਫਿਰ ਉਹਨਾਂ ਨੇ ਇਹ ਵੀ ਫਾਈਂਡ ਆਊਟ ਕੀਤਾ ਕਿ ਵੀ ਕਿਵੇਂ ਉਹਨਾਂ ਨੇ ਫੈਡਰਲ ਇਲੈਕਸ਼ਨਸ ਦੇ ਦੌਰਾਨ ਫੰਡਿੰਗ ਕੀਤੀ, ਫੋਰਨ ਇੰਟਰਫੀਅਰੈਂਸ ਦੀ ਕਾਫੀ ਡੀਟੇਲਡ ਰਿਪੋਰਟ ਹੈ। ਔਰ ਇਸ ਦੇ ਵਿੱਚ ਜਿਹੜੀ ਪਹਿਲਾਂ ਇਹ ਰਿਲੀਜ਼ ਜਿਹੜੀ ਮਈ 3 ਨੂੰ ਜਿਹੜੀ ਕਮਿਸ਼ਨਰ ਮੈਰੀ ਜੋਸੀ ਹੈਗੜੇ ਜਿਹੜੀ ਮੈਰੀ ਜੋਜ਼ੇ ਹੋਗ ਜਿਹੜੀ ਇਹਨੂੰ ਇਨਵੈਸਟੀਗੇਟ ਕਰ ਰਹੀ ਹੈ, ਉਹਨੇ ਕਿਹਾ ਵਾਈਲ ਇੰਡੀਆਜ਼ ਇੰਟਰਸਟ ਰਿਲੇਟ ਟੂ ਕੈਨੇਡਾ ਸਾਊਥ ਏਸ਼ੀਅਨ ਕਮਿਊਨਿਟੀ ਐਂਡ ਵਾਟਸ ਇਟਸ ਵਿਊਜ਼ ਐਜ਼ ਦ ਫੋਸਟਰਿੰਗ ਆਫ anti-India sentiment and support of an independent Sikh homeland, Khalistan India does not differentiate between lawful pro-Khalistani political advocacy and the relatively small Canada-based Khalistan violent extremism। ਕਿ ਉਹਨਾਂ ਨੇ ਇੱਕੋ ਡੰਡੇ ਨਾਲ ਹੀ ਧੱਕ ਦਿੱਤੇ। ਔਰ ਮੈਂ ਇਹ ਗੱਲ ਈਵਨ WSO ਦੇ ਵੱਲੋਂ ਆਰਗੇਨਾਈਜ਼ ਸੈਮੀਨਾਰ ਦੇ ਵਿੱਚ ਵੀ ਕਹੀ ਸੀ ਕਿ ਭਾਈ ਇਹ ਹੁਣ WSO ਨੇ ਜਦੋਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਖਾਲਿਸਤਾਨ ਦੀ ਐਡਵੋਕੇਸੀ ਪਾਈ ਤੇ ਜ਼ਾਹਰ ਹੈ ਕਿ ਪੀਸਫੁਲ ਤਰੀਕੇ ਨਾਲ ਜੋ ਕੈਨੇਡੀਅਨ ਚਾਰਟਰ ਆਫ ਰਾਈਟਸ ਦਿੰਦਾ ਹੈ, ਲੇਕਿਨ ਇਹਨਾਂ ਨੇ ਈਵਨ ਕਿਵੇਂ ਇੰਡੀਅਨ ਇਨਫਲੂਐਂਸ ਦੇ ਥੱਲੇ WSO ਨੂੰ ਵੀ ਲੰਬਾ ਵਕਤ ਜਿਹੜਾ ਉਹ ਪਾਬੰਦੀਸ਼ੁਦਾ ਔਰ ਮਿਲੀਟੈਂਸੀ ਦੇ ਨਾਲ ਜੋੜ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ। ਔਰ ਇਸ ਦੇ ਉੱਤੇ ਕਿਉਂਕਿ ਇਹ ਹੌਗ ਇਨਕੁਆਇਰੀ ਸਾਹਮਣੇ ਆਈ ਹੈ, ਹਿਲ ਟਾਈਮਜ਼ ਨਾਲ ਗੱਲਬਾਤ ਕਰਦੇ ਹਾਂ, ਲਾਇਰ ਜਸਕਰਨ ਸੰਧੂ ਨੇ ਕਿਹਾ ਕਿ ਵੀ ਜਿਹੜੀ ਸਾਡੀ ਪੋਜੀਸ਼ਨ ਸੀ ਉਹ ਵੈਲੀਡੇਟ, ਇਹ ਜਿਹੜੀ ਹੈ ਰਿਪੋਰਟ ਇਜ਼ ਅ ਵੈਲੀਡੇਸ਼ਨ ਆਫ ਦਾ ਸਿੱਖ ਕਮਿਊਨਿਟੀਜ਼ ਲਾਈਵਡ ਐਕਸਪੀਰੀਅੰਸ ਐਂਡ ਨੌਲੇਜ ਆਫ ਹਾਊ ਇੰਡੀਆ ਨਾਟ ਓਨਲੀ ਟਾਰਗੇਟਸ ਦਾ ਡਾਇਸਪੋਰਾ ਬਟ ਆਲਸੋ ਕੰਡਕਟਸ ਹੋਸਟਾਈਲ ਫੋਰਨ ਇੰਟਰਫੇਅਰੈਂਸ। ਕਿ ਉਹਨਾਂ ਨੇ ਸਿਸਟਮ 'ਚ ਵੀ ਇੰਟਰਫੇਅਰੈਂਸ ਕੀਤੀ ਹੈ ਔਰ ਟਾਰਗੇਟ ਵੀ ਕੀਤਾ ਹੈ। ਔਰ ਫਿਰ ਕਿਉਂਕਿ ਸੰਧੂ WSO ਦੇ ਸਾਬਕਾ ਡਾਇਰੈਕਟਰ ਨੇ, ਹੁਣ ਬਾਜ ਨਿਊਜ਼ ਨੂੰ ਹੈਡ ਕਰਦੇ ਨੇ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੇ ਸਾਡੀ ਪੋਜੀਸ਼ਨ ਜਿਹੜੀ ਹੈ ਉਹ ਵਿੰਡੀਕੇਟ ਕਰ ਦਿੱਤੀ ਹੈ। ਵੀ ਹੈਵ ਅਲਾਉਡ ਇੰਡੀਅਨ ਗਵਰਨਮੈਂਟ ਓਵਰ ਡੈਕੇਡਸ ਟੂ ਇੰਟਰਫੀਅਰ ਇਨ ਦਿਸ ਕੰਟਰੀ ਵਿਦਾਊਟ ਐਨੀ ਸੀਰੀਅਸ ਲੈਵਲਸ ਆਫ ਸਕਰੂਟਨੀ ਫਰੋਮ ਆਵਰ ਡਿਸੀਜਨ ਮੇਕਰਸ। ਉਹਨੇ ਕਿਹਾ ਜੀ ਦਹਾਕਿਆਂ ਤੋਂ ਇਹ ਇੰਟਰਫੀਅਰ ਕਰਦੇ ਰਹੇ ਔਰ ਸਾਡੇ ਲਾਅ ਮੇਕਰਸ ਨੇ ਔਰ ਡਿਸੀਜਨ ਮੇਕਰਸ ਨੇ ਕਦੇ ਇਹਨਾਂ ਨੂੰ ਚੈੱਕ ਨਹੀਂ ਕੀਤਾ, ਕੋਈ ਪਨਿਸ਼ਮੈਂਟ ਇਹਦੇ ਲਈ ਨਹੀਂ ਦਿੱਤੀ। ਔਰ ਇਹ ਜਿਹੜਾ they have allowed this to fester, evolve and morph into something that in its extreme form has led to the assassination of a Canadian on Canadian soil। ਕਿ ਦਹਾਕਿਆਂ ਤੋਂ ਇੰਟਰਫੀਅਰੈਂਸ ਚੱਲ ਰਹੀ ਸੀ, ਇਹਨਾਂ ਨੂੰ ਰੋਕਿਆ ਨਹੀਂ ਗਿਆ। ਨਤੀਜਾ ਇੰਨੇ ਕੁ ਉਹਨਾਂ ਦੇ ਹੌਸਲੇ ਵੱਧ ਗਏ ਇੰਡੀਅਨ ਸਿਸਟਮ ਦੇ ਕਿ ਉਹਨਾਂ ਨੇ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ। ਫਿਰ ਇਹ ਸਾਰੀ ਰਿਪੋਰਟ ਦੇ ਵਿੱਚ ਜਸਟਿਨ ਟਰੂਡੋ ਉਹਨਾਂ ਨੇ ਜਿਵੇਂ ਹਾਊਸ ਆਫ ਕਾਮਨਸ ਦੇ ਵਿੱਚ ਖਲੋ ਕੇ ਸਪਟੈਂਬਰ 18 ਨੂੰ ਕ੍ਰੈਡੀਬਲ ਐਲੀਗੇਸ਼ਨਸ ਦੇ ਥੱਲੇ ਕਿਹਾ ਕਿ ਕਿਵੇਂ ਇੰਡੀਅਨ ਗਵਰਨਮੈਂਟ ਆਫ ਇੰਡੀਆ ਇਸ ਦੇ ਬਿਹਾਈਂਡ ਹੈ। ਫਿਰ ਇਸ ਸਾਰੇ ਦੇ ਵਿੱਚ ਫਾਈਨੈਂਸ਼ੀਅਲ ਟਾਈਮਜ਼ ਨੂੰ ਕੋਟ ਕੀਤਾ ਗਿਆ ਔਰ ਫਿਰ ਇਹ ਕਿਹਾ ਗਿਆ ਕਿ ਕਿਵੇਂ ਜਿਹੜੇ 4 ਇੰਡੀਅਨ ਨੈਸ਼ਨਲ ਨੇ ਜਿਹੜੇ ਹਾਇਰਡ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਨੂੰ ਜਿਹੜਾ ਅਰੇਨ ਕੀਤਾ ਗਿਆ। ਔਰ ਇਹ ਸਾਰੇ ਦੇ ਉੱਤੇ ਈਵਨ ਫਿਰ ਬਲਪ੍ਰੀਤ ਸਿੰਘ ਬੋਪਰ ਆਏ
ਜਿਹੜੇ ਲੀਗਲ ਕੌਂਸਲ ਨੇ ਔਰ ਸਪੋਕਸਪਰਸਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਕਿਹਾ ਕਿ ਕੈਨੇਡਾਜ਼ willful ignorance towards India's interference to protest trade relations is an immoral to protect trade relations is an immoral and unprincipled trade-off that is no longer tenable. ਉਹਨਾਂ ਨੇ ਕਿਹਾ ਵੀ ਤੁਸੀਂ ਇਹਦੇ ਬਾਵਜੂਦ ਕਿ ਇਹ ਇੰਡੀਆ ਦੀ ਇੰਟਰਫੇਅਰੈਂਸ ਹੈ, ਫਿਰ ਵੀ ਜੇ ਟ੍ਰੇਡ ਰਿਲੇਸ਼ਨਸ ਜਾਂ ਦੂਜੇ ਨੇ ਇਮੋਰਲ ਔਰ ਇਹ ਜਿਹੜਾ ਅਨਪ੍ਰਿੰਸੀਪਲਡ ਹੈ, ਔਰ ਇਹ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਪੋਜ਼ਿਟਿਵ ਗੱਲ ਹੋ ਰਹੀ ਹੈ ਕਿ ਇਹ ਜਿਹੜੀਆਂ ਪਰਤਾਂ ਨੇ ਉਹ ਖੁੱਲ੍ਹ ਰਹੀਆਂ ਨੇ। ਔਰ ਅਸੀਂ ਜਿਵੇਂ ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਫਾਰਮੈਟ 'ਤੇ ਕਿਹਾ ਕਿ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨਸ ਨੂੰ ਇਸ ਦੇ ਉੱਤੇ ਵੀ ਮਜ਼ਬੂਤੀ ਨਾਲ ਸਟੈਂਡ ਲੈਣਾ ਚਾਹੀਦਾ ਹੈ ਕਿ ਭਾਈ ਜਿੱਥੇ ਹੁਣ ਇਹ ਰਿਪੋਰਟ ਸਾਹਮਣੇ ਆ ਗਈਆਂ ਕਿ ਇਹ ਇੰਟਰਫੇਰੈਂਸ ਤਾਂ ਡੈਕੇਡਸ ਤੋਂ ਹੈ, ਤੇ ਫਿਰ ਕਨਿਸ਼ਕਾ ਜਹਾਜ਼ ਦੇ ਬਿਹਾਈਂਡ ਵੀ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਸੀ, ਇਸ ਦੀ ਜਿਹੜੀ ਹੈ ਉਹ ਇਨਕੁਆਇਰੀ ਓਪਨ ਹੋਣੀ ਚਾਹੀਦੀ ਹੈ। ਔਰ ਇਸ ਨਾਲ ਸੰਬੰਧਿਤ ਸਿੱਖ ਨੌਜਵਾਨ, ਸਿੱਖ ਜਥੇਬੰਦੀਆਂ ਜਿਹੜੀਆਂ ਵੀ ਕੈਨੇਡਾ ਦੇ ਵਿੱਚ ਐਕਟਿਵ ਨੇ, ਉਹਨਾਂ ਦਾ ਸਿੱਖ ਸੰਗਤਾਂ ਨੂੰ ਪੂਰਾ ਸਾਥ ਦੇਣਾ ਚਾਹੀਦਾ। ਜੀ ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।